एक्सरसाइज हैगी अपनी 13B 13B है। ਇਹਦਾ ਇੱਕ ਫਾਰਮੂਲਾ ਤੁਸੀਂ ਧਿਆਨ 'ਚ ਰੱਖਣਾ ਹੈ, x1 प्लस x2 बटा 2 y1 प्लस y2 बटा 2। ठीक है, ਇਹ ਤਾਂ ਹੁੰਦਾ ਹੈ x ਦੇ ਬਰਾਬਰ, ਇਹ ਹੁੰਦਾ ਹੈ y ਦੇ ਬਰਾਬਰ। ਇਹ ਕਿਹੜਾ ਫਾਰਮੂਲਾ ਵੱਜਦਾ? ਇਹਨੂੰ ਕਹਿੰਦੇ ਆ ਮਿਡ ਪੁਆਇੰਟ ਫਾਰਮੂਲਾ। ਕਿਹੜਾ ਇਹ? बोलिया करो नाल नाल, मिड पॉइंट फार्मूला। ठीक है, असल च होगा कि अपने को एक लाइन दी होगी अपन आए करके, मान लो इतने थोड़े को लिखा 5,4, इतने लिखा थोड़े को 5,2। आ तो हुंदा x1 आ y1, आ की हुंदा है x2 ते y2। फार्मूला की है x1 प्लस x2 का जोड़। देखो 5 ते 5 किन्ने हो गए 10 बटा की है 2, y1 प्लस y2 4 ते 2 किन्ने हो गए 6 बटा 2। इत्थे कॉमा पाना, सॉरी आपां x आ गया 5 ते y आ गया, बस आ चीज है। ठीक है, देखो पहले च उन्हें आख्या भी फाइंड द मिड पॉइंट ऑफ द फॉलोइंग पॉइंट्स। इत्थे हैगा -6,7, इत्थे हैगा 3,5। इधर समझ लो जो नहीं आता था, आ होंदा x1 आ y1 x2 y2, x1 प्लस x2 यानी कि -6 प्लस 3 बटा 2, y1 प्लस y2 यानी कि 7 प्लस 5 बटा 2, माइनस दा 3 बटा 2, 7 दे 5 12 बटा 2 कितना आ गया 6। आ ਇਹਦਾ मिड पॉइंट आ गया। समझ आया? सब तो सौखी एक्सरसाइज है ये। पहले तो दूजा करो, की लिखा हुआ है? आवाज ना करो यार। पॉइंट ए ते बी दे कोऑर्डिनेट्स की है? देखो आ पॉइंट ए है, आ पॉइंट बी है। ए किन्ना है? ए हैगा 3,5, बी किन्ना है? x, y। ते कहना इन्हां दा जिहड़ा मिड पॉइंट है वो किन्ना है 2,3 है। किन्ना हो 2,3। मिड पॉइंट देता आ लभना है। देखो आ की x1 ते y1, आ की x2 ते y2, आ की x ਅਤੇ y। x ਦਾ ਫਾਰਮੂਲਾ ਕੀ ਸੀਗਾ x1 plus x2 ਬਟਾ 2। ਠੀਕ ਹੈ, ਤੇ y ਦਾ ਕੀ ਹੁੰਦਾ ਹੈ y1 plus y2 ਬਟਾ 2। ਦੇਖੋ x1 ਕਿੰਨਾ ਹੈ 3, x2 ਕਿੰਨਾ ਹੈ x ਬਟਾ 2, x ਕਿੰਨਾ ਹੈ ਇੱਥੇ 2 ਲਿਖ ਦੋ। ਸਮਝ ਆਈ ਜਾਂਦਾ? ਦੁਬਾਰੇ ਦੇਖੋ ਇੱਧਰ y ਦੀ ਵੈਲਿਊ ਕੀ ਹੈ 3, y1 ਕੀ ਹੈ 5, y2 की है y इत्थे 2। देखो आ क्रॉस मल्टीप्लाई हो गया, 4 बराबर 3 प्लस x आ गया, इधर की आ गया 6 बराबर 5 प्लस y। आ 5 इधर आ गया, 3 इधर आ गया। x की वैल्यू कितनी आ गई 1, y की वैल्यू कितनी आ गई 1। x ते y आ गया अपना 1 ते 1। ठीक है, देखते हैं तीजा सवाल की है। कहना a b ਅਤੇ c, a b ਤੇ c की है ट्रायंगल ਦੇ वर्टिसेस है। आ a है, ਇੱਥੇ b, ਇੱਥੇ ਕੀ ਹੈ c। a ਕਿੰਨਾ 5 3, b ਕਿੰਨਾ ਦਿੱਤਾ ਆਪਾਂ ਨੂੰ -1,1 ਤੇ c ਕਿੰਨਾ ਹੈ 7,-3। ਠੀਕ ਹੈ, ਉਸ ਤੋਂ ਬਾਅਦ ਜੋ ਕਹਿੰਦਾ l ਇਜ਼ ਦਾ ਮਿਡ ਪੁਆਇੰਟ ਆਫ ab, l ਇਜ਼ ਦਾ ਮਿਡ ਪੁਆਇੰਟ ਆਫ ab। ab ਆ ਪਈ ਹੈ ਇੱਥੇ ਕਿਤੇ l ਹੈ। ਓਕੇ, ਕਹਿੰਦਾ ਤੁਸੀਂ ਕਰੋ ਕਿ m ਇਜ਼ ਦਾ ਮਿਡ ਪੁਆਇੰਟ ਆਫ ac, m ਇਹਦਾ ਮਿਡ ਪੁਆਇੰਟ ਹੈ। ਪ੍ਰੂਵ ਕਰੋ ਵੀ ਜਿਹੜਾ LM ਹੈ ਉਹ 1/2 BC ਹੈ। ਸੌਖਾ ਸਵਾਲ ਹੈ। ਤੁਸੀਂ ਦੇਖੋ ਪਹਿਲਾਂ L ਕਿਵੇਂ ਲੱਭੋਗੇ, ਇਹਨਾਂ ਦੋਨਾਂ ਦੇ ਵਿਚਕਾਰ ਮਿਡ ਪੁਆਇੰਟ ਫਾਰਮੂਲਾ ਲਾ ਦਿਓਗੇ। ਠੀਕ ਹੈ, M ਕਿਵੇਂ ਲੱਭੋਗੇ, ਇਹਨਾਂ ਦੋਨਾਂ 'ਚ ਮਿਡ ਪੁਆਇੰਟ ਲਾ ਦੋਗੇ, ਇੱਥੇ ਇਹਨਾਂ ਦੀ ਕੋਈ ਵੈਲਿਊ ਆ ਜੂਗੀ, ਫਿਰ ਇੱਥੇ ਇੱਕ ਲਾਈਨ ਆਏ ਬਣਾ ਦਿਓਗੇ, ਫਿਰ ਡਿਸਟੈਂਸ ਫਾਰਮੂਲਾ ਲਾ ਦੋਗੇ, डिस्टेंस ला दोगे आपे रिलेशन बन जूगा। ठीक है, जे आ गया कर लो, नहीं तो मैं इत्थे करवा रहा। देखो हुण मैं इत्थे एल लभना है, इस लाइन में सीधा करके लिखदा है करके। देखो थल्ले लिख लिया मैं, ए कितना है 5 3, बी कितना है -1 1, ਉਹੀ कुछ पुराना। आ लाइन टेढ़ी नूं मैं सीधा करता सीधा दिखदी है इत्थे। x1 कितना है 5, x2 कितना है -1, 5 जो 1 कढ़िया कितना आ गया 4/2, 3 + 1 कितना आ गया 4/2, यानी कि L कितना आ गया 2,2।
ਆਪਾਂ ਮਿਡ ਪੁਆਇੰਟ ਲੱਭ ਲਿਆ, ਪਤਾ ਲੱਗਿਆ ਐਲ ਦਾ। ਹੁਣ ਆਪਾਂ ਇਸੇ ਤਰੀਕੇ ਨਾਲ ਐਮ ਲੱਭਾਂਗੇ। ਦੇਖੋ ਏ ਸੀ ਜਿਹੜੀਆਂ ਇਹ ਟੇਢੀ ਇਹਨੂੰ ਜਾ ਕੇ ਇੱਥੇ ਸਿੱਧਾ ਕਰ ਲਿਆ ਆਪਾਂ। ਏ ਕਿੰਨਾ ਹੈ 5 3 ਤੇ ਸੀ ਕਿੰਨਾ ਹੈ 7 -3 x1 x2 5 ਤੇ 7 ਕਿੰਨਾ ਆ ਗਿਆ 12 ਬਟਾ 2 x1 x2 3 3 ਕਿੰਨਾ ਆ ਗਿਆ 0 ਬਟਾ 2। ਇਹ ਪੁਆਇੰਟ ਆ ਗਿਆ ਤੁਹਾਡਾ 6,0 6,0 ਇਹ ਪਤਾ ਲੱਗਿਆ। ਇੱਥੋਂ ਦਾ ਇੱਧਰ ਦੇਖੋ ਡਿਸਟੈਂਸ ਫਾਰਮੂਲਾ ਕੀ ਹੁੰਦਾ ਵੀ ਇਸ ਲਾਈਨ ਦੀ ਆਪਾਂ ਲੈਂਥ ਲੱਭਣੀ ਹੈ। ਕੀ ਲੱਭਣੀ ਹੈ? ਲੈਂਥ। ਆ ਹੈਗਾ x1 ਆ y1 ਆ ਕੀ ਹੈ x2 ਆ ਕੀ ਹੈ y2। ਡਿਸਟੈਂਸ ਫਾਰਮੂਲਾ ਲਿਖ ਲਓ x2 x1 ਦਾ ਹੋਲ ਸਕੁਅਰ ਪਲੱਸ y2 y1 ਦਾ ਹੋਲ ਸਕੁਅਰ ਉੱਤੇ ਅੰਡਰ ਰੂਟ। ਉੱਤੇ ਕੀ ਹੈ? ਅੰਡਰ ਰੂਟ। ਇਹ ਫਾਰਮੂਲਾ ਹੈ। ਦੇਖੋ ਕਾਕਾ ਜੀ x2 ਕਿੰਨਾ ਹੈ 6 x1 ਕਿੰਨਾ ਹੈ 2 6 ਚੋਂ 2 ਕੱਢੇ 4 4 ਦਾ ਸਕੁਅਰ ਇੱਥੇ ਲਿਖਣ ਲੱਗਿਆ ਮੈਂ 16 y2 ਕਿੰਨਾ ਹੈ 0 y1 ਕਿੰਨਾ ਹੈ 2 0 ਚੋਂ 2 ਕੱਢੇ ਕਿੰਨੇ ਆ ਗਏ -2 ਦਾ ਸਕੁਅਰ ਕਿੰਨਾ ਹੁੰਦਾ ਹੈ 4 16 ਦੇ 4 ਕਿੰਨਾ ਆ ਗਿਆ। ਇਹ ਆ ਗਈ ਤੁਹਾਡੇ ਕੋਲੇ LM ਦੀ ਲੈਂਥ ਆ ਗਈ। ਕਾਦੀ ਆ ਗਈ ਇਹ? LM ਦੀ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ BC ਵਾਸਤੇ ਆਪਾਂ ਲੈਂਥ ਲੱਭਣੀ ਹੈ। ਉਹੀ ਕੁਛ ਇੱਥੇ ਕਰਦਿਆ ਕਰੋ। ਲੈਫਟ ਨੂੰ ਆਪਾਂ x1 y1 ਲਿਖਣਾ, ਰਾਈਟ ਨੂੰ ਆਪਾਂ x2 y2 ਲਿਖਣਾ ਹੈ। ਡਿਸਟੈਂਸ ਫਾਰਮੂਲਾ ਕੀ ਹੁੰਦਾ ਹੈ? x2 ਦੇ ਵਿੱਚੋਂ x1 ਕੱਢਿਆ 7 ਦੇ ਵਿੱਚੋਂ 1 ਕੱਢਣਾ ਸੀ ਪਰ 1 ਦੇ ਮੂਹਰੇ ਕੀ ਹੈ ਪਹਿਲਾਂ ਹੀ ਮਾਈਨਸ ਹੈ ਤਾਂ ਇਹ ਜੁੜ ਜਾਊਗਾ। ਠੀਕ ਹੈ। ਇਹ ਬਣ ਜੂਗਾ ਆਕਾ ਜੀ 8 ਦਾ ਸਕੁਅਰ ਕਿੰਨਾ ਹੁੰਦਾ 64 -3 ਚੋਂ -1 -4 ਦਾ ਸਕੁਅਰ ਕਿੰਨਾ ਆ ਗਿਆ 16 ਇੱਥੇ 16 ਉੱਤੇ ਅੰਡਰ ਰੂਟ 64 ਤੇ 16 ਕਿੰਨੇ ਹੁੰਦੇ ਆ 80 ਕਿੰਨਾ ਇਹ 80 ਆ ਗਿਆ। ਯਾਨੀ ਕਿ BC ਦੀ ਲੈਂਥ ਕਿੰਨੀ ਆ ਗਈ ਆਪਣੇ ਕੋਲੇ 80 ਆ ਗਈ। AB ਦੀ ਕਿੰਨੀ LM ਦੀ ਕਿੰਨੀ ਹੈ 20 ਹੈ। ਪਹਿਲਾਂ 20 ਨੂੰ ਸਹੀ ਕਰਕੇ ਲਿਖਦੇ ਆ ਆਪਾਂ। ਦੇਖੋ ਇਧਰ 20 ਨੂੰ ਆਪਾਂ ਕੀ ਲਿਖ ਸਕਦੇ ਆ? ਆਪਾਂ ਇਹਨੂੰ ਲਿਖ ਸਕਦੇ ਆ 5 ਗੁਣਾ 4। ਕੀ ਲਿਖ ਸਕਦੇ ਆ? ਕਿਉਂਕਿ ਨਾ ਇੱਕ ਅੱਖਰ ਆਪਾਂ ਇਹ ਜਿਹਾ ਚੱਕਣਾ ਜਿਹਦਾ ਪਰਫੈਕਟ ਸਕੁਅਰ ਹੁੰਦਾ ਹੈ 4 ਦਾ ਹੁੰਦਾ ਹੈ। 10 ਗੁਣਾ 2 ਵੀ ਲਿਖ ਸਕਦੇ ਸੀ ਪਰ ਨਾ ਦਾ 10 ਹੁੰਦਾ ਕਿਸੇ ਦਾ ਜੀ, ਮਤਲਬ ਨਾ ਦਾ 10 ਦਾ ਕੋਈ ਹੁੰਦਾ ਨਾ 2 ਦਾ। 4 ਦਾ ਹੁੰਦਾ ਤਾਂ ਆਪਾਂ 4 ਚੁਣਿਆ। ਇਹਨੂੰ ਤੁਸੀਂ 5 ਗੁਣਾ 4 ਲਿਖ ਲਿਆ। ਆ 4 ਦਾ ਤਾਂ ਆ ਗਿਆ 2 ਤੇ 5 ਵਿੱਚ ਹੀ ਰਹਿ ਗਿਆ। ਇਹ ਕੀ ਆ ਗਿਆ LM ਆ ਗਿਆ। ਕੀ ਆ ਗਿਆ ਇਹ? ਹੁਣ ਤੁਸੀਂ 80 ਨੂੰ ਚੱਕ ਲਓ। 80 ਨੂੰ ਕੀ ਲਿਖੋਗੇ 16 ਗੁਣਾ 5 16 ਗੁਣਾ 40 ਗੁਣਾ 2 ਵੀ ਲਿਖ ਸਕਦੇ ਆ ਪਰ 40 ਦਾ ਰੂਟ ਹੁੰਦਾ ਨਹੀਂ ਨਾ 2 ਦਾ ਹੁੰਦਾ। 10 ਗੁਣਾ 4 ਲਿਖ ਸਕਦੇ ਆ ਨਹੀਂ ਸੌਰੀ 80 16 ਗੁਣਾ 5 ਹੀ ਲਿਖ ਸਕਦੇ ਹੋ ਦੁਬਾਰਾ ਤਾਂ। ਠੀਕ ਹੈ। 16 ਦਾ ਕੀ ਆ ਗਿਆ ਕਾਕਾ ਬਾਹਰ 4 ਤੇ 5 ਉਹੀ ਰਹਿ ਗਿਆ। ਠੀਕ ਹੈ। ਆ ਮੇਰੇ ਕੋਲੇ BC ਹੈ, ਆ ਮੇਰੇ ਕੋਲੇ LM ਹੈ। ਹੁਣ ਮੈਂ ਪ੍ਰੂਵ ਕਰਨਾ ਵੀ ਇਹਨਾਂ ਦਾ ਆਹੀ ਰਿਲੇਸ਼ਨ ਹੈ। ਦੇਖਦੇ ਆ ਆਪਾਂ। LM ਕਿੰਨਾ 2√5 ਤੇ ਜਿਹੜਾ ਹੈਗਾ BC ਉਹ ਕਿੰਨਾ ਹੈ ਭਾਈ 4√5। ਦੇਖੋ √5 ਨਾਲ √5 ਕੱਟਿਆ ਗਿਆ। ਇੱਥੇ 1 ਆ ਗਿਆ ਇੱਥੇ 2 ਆ ਗਿਆ। ਆਨਸਰ ਕਿੰਨਾ ਆ ਗਿਆ 1/2 ਤੇ 1/2 ਹੀ ਇੱਧਰ ਹੈ। ਆਪਾਂ ਪ੍ਰੂਵ ਕਰਤਾ। ਪਤਾ ਲੱਗ ਗਿਆ ਇਹਨਾਂ ਦਾ ਰਿਲੇਸ਼ਨ। ਆਪਾਂ ਉਹਨਾਂ ਨੇ ਆਪਾਂ ਨੂੰ ਮਿਡ ਪੁਆਇੰਟ ਦੇ ਰੱਖਿਆ B ਪੁਆਇੰਟ ਦਿੱਤਾ A ਪੁਆਇੰਟ ਨਹੀਂ ਦਿੱਤਾ। ਠੀਕ ਹੈ। ਆਪਾਂ ਜਸਟ ਫਾਰਮੂਲੇ 'ਚ ਵੈਲਿਊ ਭਰਾਂਗੇ ਤੇ ਆਨਸਰ ਆ ਜਾਊਗਾ। ਦੇਖੋ x ਦੀ ਵੈਲਿਊ ਕੀ ਦਿੱਤੀ ਹੈ 1 x1 ਨਹੀਂ ਦਿੱਤਾ ਇਹਨੂੰ x1 ਹੀ ਪਿਆ ਰਹਿਣ ਦਿਓ। x2 ਦਿੱਤਾ ਹੈ -5 ਦਿੱਤਾ ਇੱਥੇ -5 ਪਾ ਦਿਓ ਬਟਾ 2। y ਕਿੰਨਾ ਦਿੱਤਾ ਤੁਹਾਨੂੰ 7 y1 ਨਹੀਂ ਦਿੱਤਾ ਇਹਨੂੰ y1 ਲਿਖਿਆ ਰਹਿਣ ਦਿਓ। y2 ਕਿੰਨਾ ਹੈ 10 ਇੱਥੇ 10 ਲਿਖ ਦਿਓ ਬਟਾ 2। ਇੱਧਰ 2 ਗੁਣਾ ਹੋ ਗਿਆ 2 ਬਰਾਬਰ x1 -5 7 ਗੁਣਾ ਹੋ ਗਿਆ 14 ਬਰਾਬਰ y1 + 10। x1 ਕਿੰਨਾ ਆਊਗਾ 5 ਇੱਧਰ ਜਾ ਵੜੂਗਾ ਪਲੱਸ ਦਾ ਹੋ ਜਾਊਗਾ 7 ਆ ਗਿਆ। y1 ਕਿੰਨਾ ਆਊਗਾ 10 ਇੱਧਰ ਜਾ ਵੜੂਗਾ ਮਾਈਨਸ ਹੋ ਜਾਊਗਾ 4 ਆ ਗਿਆ। ਪਤਾ ਲੱਗਿਆ ਕਿਹਦੇ ਪੱਲੇ ਨਹੀਂ ਪਿਆ ਹੈ ਕੀ ਕੁਛ ਇਹ? ਦੇਖੋ ਜਿਹੜੀ ਆਹ ਲਾਈਨ ਹੁੰਦੀ ਹੈ ਕਿਹੜੀ ਹੁੰਦੀ ਹੈ ਇਹ? ਕਿਹੜੀ ਐਕਸਿਸ ਹੁੰਦੀ ਹੈ? x x ਦੇ ਉੱਤੇ ਪੁਆਇੰਟ ਕਿਹੜਾ ਹੁੰਦਾ ਹੈ x0। ਆ ਕਿਹੜੀ ਹੈ y0। ਬਸ ਆ ਟੇਢੀ ਨੂੰ ਐ ਸਿੱਧਾ ਕਰਕੇ ਲਿਖ ਦਿਓ ਇੱਥੇ। ਆ ਗਿਆ 0 ਬਾਈ ਆ ਗਿਆ x0 ਸੈਂਟਰ ਆ ਗਿਆ ਇਹਦਾ -3 2। ਫਾਰਮੂਲਾ ਉਹੀ ਹੈ x1 + x2 यानी कि 0 + x बटा 2 0 + x बटा 2 बराबर कादे है -3 दे। y + 0 बराबर कादे होगा 2 दे। आंसर आ गया x का आ गया थोड़ा -6 y आ गया 4। देखो 6वां सवाल की है आ डायग्राम बना रखे है एक लाइन है आ सेंटर पॉइंट है ये हैगा 4,2 ठीक है। आ केड़ी एक्सिस हुंदी है
ਇੱਥੇ ਪੁਆਇੰਟ ਕਿੰਨਾ ਹੋਊਗਾ x ਆ ਕਿਹੜੀ ਹੈ ਇਹ ਹੋਊਗਾ 0 ਬਾਈ ਡਿੱਟੋ ਸਵਾਲ ਹੈ ਉਹੀ ਕੁਛ ਹੈ ਠੀਕ ਹੈ 8 ਤੇ 4 ਆ ਗਿਆ ਹੋ ਜਾਊਗਾ ਇਹ ਅਗਲੇ ਤੇ ਆ ਜਾਓ 7ਵੇਂ ਤੇ ਆਓ ਰਕਮ ਚ ਲਿਖਿਆ ਵੀ ਜਿਹੜੇ ਆ ਪੁਆਇੰਟ ਹੈ ਇਹ ਟ੍ਰਾਇੰਗਲ ਦੇ ਵਰਟੀਸਸ ਹੈ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਪੁਆਇੰਟ ਹੈ ਮੰਨ ਲਓ ਇੱਕ A ਆ ਇੱਕ B ਇੱਕ C ਜਿਹੜਾ ਪਹਿਲਾ ਪੁਆਇੰਟ ਆ ਉਹ ਹੈਗਾ -5,2 ਦੂਜਾ ਪੁਆਇੰਟ ਹੈਗਾ 3,-6 ਤੀਜਾ ਹੈਗਾ 7,4 ਠੀਕ ਹੈ ਉਸ ਤੋਂ ਬਾਅਦ ਚੋਂ ਕਹਿੰਦੇ ਆ ਵੀ ਫਾਈਂਡ ਦਾ ਲੈਂਥ ਆਫ ਮੀਡੀਅਨ ਮੀਡੀਅਨ ਕੀ ਹੁੰਦਾ ਹੈ ਦੇਖੋ ਮੀਡੀਅਨ ਦਾ ਮਤਲਬ ਵੀ ਇੱਥੋਂ ਨਾ ਇੱਕ ਲਾਈਨ ਜਾਊਗੀ ਇੱਕ ਆ ਗਈ ਇੱਕ ਲਾਈਨ ਆ ਜਾਊਗੀ ਇੱਕ ਇਸ ਕਾਰਨਰ ਤੋਂ ਆਊਗੀ ਆ ਤਿੰਨੇ ਮੀਡੀਅਨਸ ਹੈ ਕੀ ਹੈ ਤਿੰਨੇ ਮੀਡੀਅਨ ਠੀਕ ਹੈ ਕਹਿੰਦਾ ਤੁਸੀਂ ਲੈਂਥ ਆਫ ਦਾ ਮੀਡੀਅਨ ਲੱਭਣੀ ਹੈ ਕਿਹੜੇ ਵਾਲੇ ਦੀ 3,-6 ਵਾਲੇ ਦੀ 3,-6 ਆ ਪਿਆ ਠੀਕ ਹੈ ਯਾਨੀ ਕਿ ਆਪਾਂ ਇਹਦੀ ਅਤੇ ਇਸ ਪੁਆਇੰਟ ਦੀ ਲੈਂਥ ਲੱਭਣੀ ਹੈ ਇਹਦੀ ਲੈਂਥ ਲੱਭਣ ਵਾਸਤੇ ਆਪਾਂ ਨੂੰ ਆਹ ਪੁਆਇੰਟ ਪਤਾ ਹੋਣਾ ਚਾਹੀਦਾ ਇਹ ਪੁਆਇੰਟ ਆਪਾਂ ਕਿਵੇਂ ਕੱਢਾਂਗੇ ਇਹਨਾਂ ਦੋਨਾਂ ਦਾ ਉਸ ਮਿਡ ਪੁਆਇੰਟ ਲਾ ਦਾਂਗੇ ਇਹ ਆ ਜਾਊਗਾ ਫਿਰ ਇਹਨਾਂ ਦੋਨਾਂ 'ਚ ਆਪਾਂ ਡਿਸਟੈਂਸ ਲਾ ਦੇਾਂਗੇ ਇਹਦੀ ਲੈਂਥ ਆ ਜਾਊਗੀ ਛੇਤੀ ਕਰ ਲਓ ਆਪਾਂ ਪਹਿਲਾਂ ਇਹਨਾਂ ਦੋਨਾਂ ਦਾ ਮਿਡ ਪੁਆਇੰਟ ਲੱਭਣਾ ਹੈ ਆ x1 y1 x2 y2 ਠੀਕ ਹੈ ਦੇਖੋ x1 x2 ਕਿੰਨਾ ਆ ਗਿਆ 5 ਦੇ 7 ਕਿੰਨੇ ਹੁੰਦੇ ਆ ਹਾਲਾਂਕਿ ਇੱਥੇ ਮਾਈਨਸ ਹੈ ਤਾਂ 2 ਆ ਗਿਆ 2/2 2 ਤੇ 4 6/2 ਇੱਥੇ ਆ ਗਿਆ 1 ਨਾਲ ਆ ਗਿਆ 3 ਆ ਪੁਆਇੰਟ ਤੁਸੀਂ ਲੱਭ ਲਿਆ ਠੀਕ ਹੈ ਇੰਨਾ ਹੀ ਸੀ ਹੁਣ ਉਸ ਤੋਂ ਬਾਅਦ ਤੁਸੀਂ ਇਸ ਲਾਈਨ ਦਾ ਡਿਸਟੈਂਸ ਲੱਭਣਾ ਹੈ ਇਹ ਹੈਗਾ 1,3 ਡਿਸਟੈਂਸ ਵਾਸਤੇ ਤੁਹਾਨੂੰ ਪਤਾ ਹੀ ਆ x1 y1 x2 y2 ਫਾਰਮੂਲਾ ਕੀ ਹੁੰਦਾ x2 x1 ਦਾ ਹੋਲ ਸਕੁਅਰ y2 y1 ਦਾ ਹੋਲ ਸਕੁਅਰ x2 ਕਿੰਨਾ ਹੈ 1 x1 ਕਿੰਨਾ 3 -2 ਦਾ ਸਕੁਅਰ ਕਿੰਨਾ ਹੋਊਗਾ 4 y2 ਕਿੰਨਾ 3 y1 ਕਿੰਨਾ 6 ਇਹ 6 ਮਾਈਨਸ ਦੇ ਤਾਂ ਜੁੜ ਜਾਣਗੇ 9 ਦਾ ਸਕੁਅਰ ਕਿੰਨਾ ਹੁੰਦਾ 81 ਉੱਤੇ ਅੰਡਰ ਰੂਟ 85 ਆ ਗਿਆ ਕਿੰਨਾ ਆ ਗਿਆ ਇਹ ਅੰਡਰ ਰੂਟ 85 ਠੀਕ ਹੈ ਅੰਡਰ ਰੂਟ ਤੁਸੀਂ ਪੁਆਇੰਟਾਂ 'ਚ ਵੀ ਕੱਢ ਸਕਦੇ ਹੋ ਤੁਹਾਨੂੰ ਆਉਂਦਾ ਕੱਢੋ 8ਵੇਂ 'ਚ ਇੱਕ ਲਾਈਨ ਹੈ ABCD ਆਪਾਂ ਬਣਾ ਦਿੰਦੇ ਆ ਮੰਨ ਲਓ ਆ ਸਟਾਰਟਿੰਗ ਪੁਆਇੰਟ ਹੈ ਆ ਐਂਡ ਹੈ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ AB ਬਰਾਬਰ ਹੈ BC ਦੇ ਤੇ BC ਬਰਾਬਰ ਹੈ CD ਦੇ ਤਿੰਨੇ ਬਰਾਬਰ ਹੈ ਇੱਕ ਦੂਜੇ ਦੇ ਓਕੇ ਤੇ ਆਪਾਂ ਲੱਭਣਾ ਕੀ ਹੈ B ਦਿੱਤਾ ਉਹਨਾਂ ਨੇ 0,3 B ਹੈਗਾ 0,3 ਤੇ C ਹੈਗਾ 1,8 ਉਹ ਕਹਿੰਦਾ ਨਾਲੇ ਤਾਂ A ਲੱਭੋ ਤੇ ਨਾਲੇ D ਲੱਭੋ ਲੱਭ ਦਿਓਗੇ ਇਹ ਪਹਿਲਾਂ ਤੁਸੀਂ ਲਾਈਨ ਨੂੰ ਸਿਰਫ ਆਹ ਮੰਨ ਲਿਓ ਮਿਡ ਪੁਆਇੰਟ ਦਿੱਤਾ ਇੱਕ ਪੁਆਇੰਟ ਦਿੱਤਾ ਆਹ ਪੁਆਇੰਟ ਕੱਢ ਲਾਂਗੇ ਫਿਰ ਤੁਸੀਂ ਲਾਈਨ ਨੂੰ ਆਹ ਚੀਜ਼ ਮੰਨ ਲਿਓ ਮਿਡ ਦਿੱਤਾ ਲੈਫਟ ਦਿੱਤਾ ਰਾਈਟ ਕੱਢ ਲਾਂਗੇ ਛੇਤੀ ਕਰ ਦਿਓ ਭਾਈ ਮੈਂ ਜਾ ਸਕਦਾ ਫਿਰ 9ਵੇਂ 'ਚ ਕੀ ਲਿਖਿਆ ਕਹਿੰਦਾ ਡਾਇਆਮੀਟਰ ਹੈ ਸਰਕਲ ਦਾ ਆਪਾਂ ਪਹਿਲਾਂ ਸਰਕਲ ਬਣਾ ਲਿਆ ਦੇਖੋ ਇੱਥੇ ਡਾਇਆਮੀਟਰ ਇਹਨੂੰ ਕਹਿੰਦੇ ਆ ਇਸ ਲਾਈਨ ਨੂੰ ਡਾਇਆਮੀਟਰ ਕਹਿੰਦੇ ਆ ਕਹਿੰਦਾ ਜਿਹੜਾ ਇਹਦਾ ਇੱਕ ਐਂਡ ਹੈ ਧਿਆਨ ਦਿਓ ਇੱਧਰ ਯਾਰ ਜਿਹੜਾ ਇਹਦਾ ਇੱਕ ਐਂਡ ਹੈ ਉਹ ਹੈਗਾ -2 5 ਅਤੇ ਜਿਹੜਾ ਇਹਦਾ ਸੈਂਟਰ ਹੈ ਉਹ ਹੈਗਾ ਜੀ 2, -1 ਤੁਸੀਂ ਲੱਭਣਾ ਕੀ ਹੈ ਇਹ ਇਸ ਐਂਡ ਦੀ ਵੈਲਿਊ ਲੱਭਣੀ ਹੈ ਆਪਾਂ ਠੀਕ ਹੈ ਉਹੀ ਸਵਾਲ ਹੈ ਮਿਡ ਪੁਆਇੰਟ ਦੇ ਰੱਖਿਆ ਲੈਫਟ ਵਾਲਾ ਦਿੱਤਾ ਰਾਈਟ ਵਾਲਾ ਕੱਢ ਦੇਾਂਗੇ ਦੇਖੋ ਕਰਨਾ ਕੀ ਹੈ ਆ ਹੁੰਦਾ x ਤੇ y ਆ ਹੁੰਦਾ x2 y2 ਆ ਹੁੰਦਾ x1 y1 ਫਾਰਮੂਲਾ ਤੁਹਾਨੂੰ ਪਤਾ ਹੀ x1 x2 -2 x2 ਬਟਾ 2 ਬਰਾਬਰ ਹੁੰਦਾ x ਦੇ 2 ਦੇ ਠੀਕ ਹੈ y1 ਕੀ ਹੈ 5 y2 ਕੀ ਹੈ y2 ਹੀ ਹੈ ਬਰਾਬਰ ਕਾਦੇ ਹੋਊਗਾ -1 ਦੇ ਕ੍ਰਾਸ ਮਲਟੀਪਲਾਈ ਕਰੋ ਆਨਸਰ ਆ ਜਾਊਗਾ ਆ ਗਿਆ ਕਾਕਾ ਜੀ ਹੋ ਗਿਆ ਸੀ ਅਗਲਾ ਕਰੋ ABCD ਇੱਕ ਕੁਆਡਰੀਲੇਟਰ ਹੈ ਕੁਆਡਰੀਲੇਟਰਲ ਹੈ ਨਾ ਇਹ ABCD A ਹੈਗਾ 2 5 B 1 0 C ਹੈਗਾ -4 3 ਤੇ D ਹੈਗਾ -3 8 ਕਹਿੰਦਾ ਤੁਸੀਂ ਲੱਭੋ ਮਿਡ ਪੁਆਇੰਟਸ ਆਫ AC ਐਂਡ BD ਯਾਨੀ ਕਿ ਇੱਕ ਤਾਂ ਆ AC ਹੈ ਇਹਦਾ ਮਿਡ ਪੁਆਇੰਟ ਲੱਭਣਾ ਇੱਕ ਆਹ BD ਹੈ ਇਹਦਾ ਮਿਡ ਪੁਆਇੰਟ ਲੱਭਣਾ ਠੀਕ ਹੈ ਤੇ ਕਹਿੰਦਾ ਤੁਸੀਂ ਨਾਲੇ ਇਹ ਦੱਸਣਾ ਵੀ ਇਹ ਕੋਆਰਡੀਨੇਟਰ ਕਿਹੜਾ ਹੈ
ਇਹ ਰੈਕਟੈਂਗਲ ਹੈ, ਸਕੁਅਰ ਹੈ ਕਿ ਪੈਰਲੈਲੋਗ੍ਰਾਮ ਹੈ ਜਾਂ ਕੁਝ ਹੋਰ ਹੈ। ਠੀਕ ਹੈ, ਪਹਿਲਾਂ ਮਿਡ ਪੁਆਇੰਟ ਲੱਭ ਦਿਓ। ਜਦੋਂ ਦੋਨੇ ਡਾਇਗਨਲ ਦਾ ਮਿਡ ਪੁਆਇੰਟ ਸੇਮ ਹੁੰਦਾ ਉਹ ਹੁੰਦਾ ਪੈਰਲੈਲੋਗ੍ਰਾਮ। ਉਹ ਕੀ ਹੁੰਦਾ ਤਾਂ ਆਪਾਂ ਕਹਿੰਦਾ ਵੀ ਜਿਹੜਾ ਇਹ ਡੱਬਾ ਹੈ ਇਹ ਕਿਹੜਾ, ਇਹ ਪੈਰਲੈਲੋ ਕੀ ਹੈ, ਇਹ ਪੈਰਲਲ। ਚਲੋ ਅਗਲਾ ਕਰੋ। ਗਿਆਰਵਾਂ ਕਰ ਦੋ ਛੇਤੀ। ਕਰੋ ਗੱਲਾਂ ਨਾ ਕਰੋ। 11ਵਾਂ ਦੇਖਦੇ ਆ। 11ਵੇਂ ਚ ਕੀ ਹੈ ਜਾਂਦਾ, ਇੱਕ ਪੈਰਲੈਲੋਗ੍ਰਾਮ ਹੈ P Q R ਤੇ S। P ਕਿੰਨਾ ਹੈ 4 2 -1 5 ਤੇ ਦੇਖੋ ਇਹਨੇ ਹੋਰ ਕੁਝ ਨਹੀਂ ਦੱਸਿਆ ਨਾ, ਆਪਾਂ ਨੂੰ ਦੋ ਹੀ ਪੁਆਇੰਟ ਦੱਸੇ ਆ। ਇੱਕ ਇਹਨਾਂ ਨੇ ਆਖਿਆ ਜਿਹੜਾ -3 2 ਹੈ -3 2 ਉਹ ਕੀ ਚੀਜ਼ ਹੈ, ਉਹ ਇੰਟਰਸੈਕਸ਼ਨ ਆਫ ਡਾਇਗਨਲਸ ਹੈ। ਤੁਸੀਂ ਇਹਦੇ ਡਾਇਗਨਲ ਬਣਾ ਦਿਓ ਐਂ ਕਰਕੇ। ਠੀਕ ਹੈ, ਡਾਇਗਨਲ ਕਹਿੰਦਾ ਜਿੱਥੇ ਮਿਲਦੇ ਆ ਉਹ ਪੁਆਇੰਟ ਹੈਗਾ -3 ਤੇ 2। ਤੁਹਾਨੂੰ ਪੁੱਛਦਾ ਇੱਕ ਤਾਂ R ਦੀ ਵੈਲਿਊ, ਇੱਕ S ਦੀ ਵੈਲਿਊ ਕੱਢ ਦਿਓਗੇ। ਸੌਖਾ ਸਵਾਲ ਹੈ। ਦੇਖੋ ਆਪਾਂ ਪਹਿਲਾਂ ਆਹ ਲਾਈਨ ਚੱਕ ਲਈ, ਇਹਨੂੰ ਆਪਾਂ ਇੱਥੇ ਸਿੱਧਾ ਬਣਾ ਦਿੰਦੇ ਆ। ਇੱਧਰ 4 2 ਹੈ, ਵਿਚਾਲੇ ਹੈਗਾ -3 ਅਤੇ 2, ਇੱਧਰ ਹੁੰਦਾ x2 ਅਤੇ y2। ਠੀਕ ਹੈ, ਫਾਰਮੂਲਾ ਕੀ ਹੈ x1 + x2 ਯਾਨੀ ਕਿ 4 + x2 ਬਟਾ 2 ਇਹ ਬਰਾਬਰ ਹੁੰਦਾ x ਦੇ। x ਕਿੰਨਾ ਹੈ -3 ਹੈ ਤੇ y ਕਾਹਦੇ ਬਰਾਬਰ ਹੈ, y ਹੈਗਾ ਤੁਹਾਡਾ 2। ਜਿਹੜੇ ਵਿਚਾਲੇ ਅੱਖਰ ਹੁੰਦੇ ਉਹ ਇਕੱਲੀ x ਤੇ y ਹੁੰਦੇ ਆ। ਠੀਕ ਹੈ, ਲੈਫਟ ਵਾਲੇ x1 y1, ਰਾਈਟ ਵਾਲੇ x2 y2। ਇਹ ਹੁੰਦਾ ਜੀ ਤੁਹਾਡਾ y1 + y2 ਬਟਾ 2। ਆ 2 ਇੱਧਰ ਗੁਣਾ ਹੋ ਗਿਆ, -6 ਬਰਾਬਰ ਹੈ 4 + x2, 4 ਬਰਾਬਰ ਹੈ 2 + y2। x2 ਕਿੰਨਾ ਆ ਗਿਆ -10 ਆ ਗਿਆ ਤੇ y2 ਕਿੰਨਾ ਆ ਗਿਆ 2। ਠੀਕ ਹੈ, x2 ਆ ਗਿਆ -10 ਤੇ y2 ਆ ਗਿਆ 2। ਹੁਣ ਉਸ ਤੋਂ ਬਾਅਦ ਚ ਇਹਦੇ ਬਾਰੇ ਪੁੱਛਦਾ S ਬਾਰੇ, ਇਹ ਵੀ ਕੱਢ ਦੋ ਛੇਤੀ। ਇਸੇ ਤਰੀਕੇ ਨਾਲ ਕਰਨਾ ਆਪਾਂ। ਜੇ ਫੇਰ ਵੀ ਨਾ ਪਤਾ ਲੱਗਾ ਤਾਂ ਮੈਂ ਇੱਥੇ ਕਰਤਾ, ਆ ਵੀ ਕਰਤਾ। x1 + x2 ਬਰਾਬਰ x ਦੇ, -6 ਬਰਾਬਰ -1 + x2। ਇਹ ਆ ਗਿਆ ਤੁਹਾਡਾ -5 ਬਰਾਬਰ ਹੈ x2। 5 + y2 ਬਰਾਬਰ 4, y2 ਬਰਾਬਰ -1। ਇਹ ਆ ਗਿਆ -5 ਅਤੇ -1 ਕੀਤਾ। ਤਾਂ 12ਵੇਂ ਚ ਕੀ ਹੈ A B C, A B ਅਤੇ D ਹੈ ਪੈਰਲੈਲੋਗ੍ਰਾਮ ਦੇ ਵਰਟਿਸਿਸ ਹੈ। ਪਹਿਲਾਂ ਤਾਂ ਪੈਰਲੈਲੋਗ੍ਰਾਮ ਬਣਾਓ A B C ਤੇ D। A ਕਿੰਨਾ ਹੈ 1 3, C ਨਹੀਂ ਦਿੱਤਾ ਆਪਾਂ ਨੂੰ ਤੇ D ਹੈਗਾ 3,5। ਫਾਈਂਡ ਦੀ ਵਰਟੈਕਸ C। ਆਪਾਂ ਬਸ C ਲੱਭਣਾ। C ਕਿਵੇਂ ਲੱਭੋਗੇ ਇਹ ਦੇਖੋ, ਦਿਮਾਗ ਲਾਓ ਤੁਸੀਂ ਨਾ। ਪਹਿਲਾਂ ਇਹਦਾ ਸੈਂਟਰ ਪੁਆਇੰਟ ਕੱਢ ਲਓਗੇ, ਆਹ ਲਾਈਨ ਦਾ ਆਹ ਸੈਂਟਰ ਆ ਗਿਆ, ਇਹਦਾ ਕੱਢ ਹੀ ਲੈਣੇ ਆਪਾਂ। 3 ਤੇ 1 4, 4 ਬਟਾ 2 2, 5 ਤੇ 3 8, 8 ਬਟਾ 2 4। ਹੁਣ ਇਸ ਲਾਈਨ ਦਾ ਵੀ ਸੈਂਟਰ ਪੁਆਇੰਟ ਆਹੀ ਹੋਊਗਾ। ਸੈਂਟਰ ਦਿੱਤਾ, ਲੈਫਟ ਦਿੱਤਾ, ਰਾਈਟ ਕੱਢ ਦਿਆਂਗੇ, ਹੋ ਜਾਊਗਾ। ਦੇਖ ਲਓ ਨਹੀਂ ਤਾਂ -1 + x2 ਬਟਾ 2 ਬਰਾਬਰ ਹੈ 2 ਦੇ। 0 + 4 ਬਟਾ 2 ਬਰਾਬਰ ਹੈ 0 + y2 ਬਟਾ 2 ਬਰਾਬਰ ਹੈ 4 ਦੇ। x2 ਬਰਾਬਰ ਹੋ ਗਿਆ 4 + 1 5 ਆ ਗਿਆ। y2 ਕਿੰਨਾ ਆ ਗਿਆ 8 ਆ ਗਿਆ। ਇੰਨਾ ਹੀ ਆਉਂਦਾ 5 ਤੇ 8। 13ਵੇਂ ਚ ਲਿਖਿਆ ਹੋਇਆ ਹੈ, ਉਹ ਯਾਰ ਆਵਾਜ਼ ਨਾ ਕਰੋ ਵੀ ਜਿਹੜੇ ਆ ਪੁਆਇੰਟ ਆ 3 ਪੁਆਇੰਟ ਦਿੱਤੇ ਆ, 3 ਆਪਾਂ ਨੂੰ ਪੁਆਇੰਟ ਦੇ ਰੱਖੇ ਆ।
these points are mid points of the sides, यानी कि ये कॉर्नर नहीं कि ये मिड पॉइंट है कि ये मान लो एक मिड पॉइंट आह होगा, एक आह होगा, एक ਤਾਂ ਹੈਗਾ 2, -1, ਇੱਕ ਹੈਗਾ -1 4, ਇੱਕ ਹੈਗਾ -2, 2 ਆਪਾਂ ਨੂੰ ਮਿਡ ਪੁਆਇੰਟ ਦੇਤੇ, ਆਪਾਂ ਨੂੰ ਪੁੱਛਦਾ A ਪੁਆਇੰਟ, B ਪੁਆਇੰਟ ਤੇ C ਪੁਆਇੰਟ, ਇਹ ਤਿੰਨ ਪੁਆਇੰਟ ਪੁੱਛਦਾ ਹੈ। ਦੇਖੋ ਆਪਾਂ A ਪੁਆਇੰਟ ਨੂੰ ਮੰਨ ਲੈਂਦੇ ਆ x1 ਅਤੇ y1, B ਨੂੰ ਮੰਨ ਲੈਂਦੇ ਆ x2 ਅਤੇ y2, C ਨੂੰ ਮੰਨਾਂਗੇ x3 ਅਤੇ y3, ਠੀਕ ਹੈ। ਇੰਨਾ ਪਤਾ ਵੀ ਆ ਮਿਡ ਪੁਆਇੰਟ ਹੈ ਸਾਰੀ ਲਾਈਨ ਦਾ। ਇਸ ਲਾਈਨ ਨੂੰ ਆਪਾਂ ਜੇ ਸਿੱਧਾ ਕਰਕੇ ਦੇਖੀਏ ਤਾਂ ਕੀ ਆਊਗਾ, ਦੇਖੋ ਇੱਥੇ ਆਊਗਾ x1 + x2 ਬਟਾ 2 ਬਰਾਬਰ ਇਹਦੇ 2 ਦੇ, y1 + y2 ਬਟਾ 2 ਬਰਾਬਰ -1 ਦੇ। ਅਗਰ ਦੇਖੋ ਧਿਆਨ ਦਿਓ ਇੱਧਰ, ਇੱਥੋਂ ਹੁਣ ਕੀ ਨਿਕਲ ਕੇ ਆ ਗਿਆ, ਇੱਥੇ ਆ ਗਿਆ ਜਿਹੜਾ x1 + x2 ਹੈ ਉਹ ਬਰਾਬਰ ਕਾਹਦੇ ਆ 4 ਦੇ, ਜਿਹੜਾ y1 + y2 ਆ ਉਹ ਬਰਾਬਰ ਕਾਹਦੇ ਆ -2 ਦੇ। ਇੰਨਾ ਪਤਾ ਲੱਗ ਗਿਆ, ਇਹਨੂੰ ਸਾਈਡ ਤੇ ਰੱਖ ਲਓ। ਹੁਣ ਦੇਖੋ ਆਹ ਲਾਈਨ ਚੱਕ ਲਓ ਤੁਸੀਂ, x1 + x3 ਬਟਾ 2 ਕਾਹਦੇ ਬਰਾਬਰ ਹੈ -1 ਦੇ, यानी कि x1 + x3 बराबर कादे है -2 दे। इन्हों भी साइड ते रख लो, ठीक है। हुण देखो y1 + y3 बराबर कादे है 4 दे, y1 + y3 बटा 2 बराबर कादे है 4 दे, y1 + y3 बराबर कादे आ गया 8 दे। ये भी पासे ते रख लो, समझ गए। हुण चक लो इन्हां दोनों नूं, x2 + x3 बटा 2 कादे बराबर है, कादे बराबर है -2 दे। ये आ गया थोड़ा x2 + x3 बराबर है -4, इन्हों भी साइड ते रखो। y2 + y3 बटा 2 कादे बराबर होगा 2 दे। ये आ गया y2 + y3 बराबर है 4। इन्ना पता लग गया, पहले ये दसो इन्ना पता लग गया नहीं लग गया। हुण तुसीं ना x1 + x2, ठीक है, इधरों चको x1 + x3, ओके, इधरों चको x2 + x3, सारे आप x चक ले। ਇਹਦਾ ਜੋੜ ਕਿੰਨਾ 4, ਇੱਥੇ 4 ਲਿਖਤਾ ਆਪਾਂ। ਇਹਦਾ ਕਿੰਨਾ, ਇਹਨਾਂ ਦੋਨਾਂ ਦਾ -2, ਇਹ ਲਿਖਤਾ, ਸਮਝ ਗਏ। ਇਹਨਾਂ ਦੋਨਾਂ ਦਾ ਕਿੰਨਾ -4। ਦੇਖੋ x1 ਕਿੰਨੇ ਵਾਰੀ ਹੈ, ਇੱਕ ਵਾਰੀ 2 ਵਾਰੀ, यानी कि 2x1, x2 कितने वारी है 2 वारी, यानी कि 2x2, x3 कितने वारी है 2 वारी, यानी कि 2x3 बराबर कादे है -6 + 4 कितना आ गया -2। हुण देखो दोनों बाहर कट लियो, x1 + x2 + x3 कादे बराबर है -2 दे, ठीक है। 2 ਇਹਦੇ ਥੱਲੇ ਆ ਜਾਊਗਾ, डिवाइड हो जाऊगा, कितना बच गया -1, यानी कि ਜਿਹੜਾ x1 + x2 + x3 है ना वो -1 है। आ फाइनल चीज आ गई, वो कितना -1। हुण देखो तुसी की करो, आ चीज चक लो, कोई मर्जी चक लो, आ चक लो, x1 + x2 कितना 4, वो 4 ਇਹਦੀ ਥਾਂ ਤੇ ਭਰ ਸਕਦੇ ਆ ਆਪਾਂ, x1 + x2, ਇੱਥੇ ਵੀ x1 + x2 ਪਿਆ, ठीक है। 4 + x3 बराबर है -1, x3 बराबर कादे आऊगा -1 -4 दे, x3 कितना आ गया, खत्म है इत्थे सवाल। ये तो तुसीं भर दिओ x3 की थां ते -5, ठीक। इत्थे -5 भरांगे तो x2 भी आ जाऊगा, देख लो, चलो मूँह ही आए करी बैठे तुसीं तां। x2 x3 की वैल्यू की है -5 बराबर की है -4, x2 बराबर कितना आ गया 5 उधर गया 1 आ गया, ठीक है। इत्थे हुण x2 की थां ते 1 भरदे आ, इहदे ही भर लैंदे आ। x1 + 1 बराबर 4, x1 बराबर है 3, x1 भी कट लिया, x2 भी आ गया ते x3 भी आ गया। इसे तरीके नाल आपां y वाले चकांगे सारे। y वाले नूं अड्ड जोड़ दिओ, उन्हां अखरां नूं अड्ड जोड़ दिओ, छेती लभो y।